Hello everyone. Today's topic is solubility of solids in liquids. So solids in liquids means कि ਜਿਹੜਾ solid हैगा as a solute work करेगा तो liquid as a solvent work करेगा. Saturated solution ਉਹ ਹੁੰਦਾ ਹੈ ਜਿਹਦੇ ਵਿੱਚ ਅਸੀਂ ਹੋਰ solute ਉਹ ਵਾਲਾ solvent ਜਿਸ 'ਚ ਅਸੀਂ ਹੋਰ solute ਨਹੀਂ ਐਡ ਕਰ ਸਕਦੇ enough solute ਹੁੰਦਾ. ਜਿਵੇਂ ਐਗਜ਼ਾਮਪਲ ਤੁਹਾਨੂੰ ਪਹਿਲਾਂ ਵੀ ਦਿੱਤੀ ਸੀ ਜਿਵੇਂ ਚੀਨੀ ਨੂੰ ਅਗਰ ਤੁਸੀਂ ਪਾਣੀ ਦੇ ਵਿੱਚ ਪਾਓਗੇ ਤਾਂ ਇੱਕ ਪੁਆਇੰਟ ਐਵੇਂ ਦਾ ਆਏਗਾ ਫਰਦਰ ਘੁਲ ਨਹੀਂ ਪਾਏਗੀ. ਸੋ ਦੈਟ ਪੁਆਇੰਟ ਇਜ਼ ਨੋਨ ਐਜ਼ ਅ ਸੈਚੂਰੇਟਿਡ ਪੁਆਇੰਟ. ਸੋਲਿਬਿਲਿਟੀ ਹੁੰਦਾ ਅਮਾਊਂਟ ਆਫ ਸੋਲਿਊਟ 1 ਗ੍ਰਾਮ ਦੇ ਵਿੱਚ 100 ਗ੍ਰਾਮ ਆਫ ਸੋਲਵੈਂਟ ਦੇ ਵਿੱਚ ਕਿੰਨਾ ਪ੍ਰੈਜ਼ੈਂਟ ਹੈਗਾ ਨਾ ਸੈਚੂਰੇਟਿਡ ਸੋਲਿਊਸ਼ਨ ਰੀਪ੍ਰਜੈਂਟ ਦਾ ਸੋਲਿਬਿਲਿਟੀ ਆਫ ਅ ਸੋਲਿਊਟ. ਅਨਸੈਚੂਰੇਟਿਡ ਸੋਲਿਊਸ਼ਨ ਕਿਹੜਾ ਹੁੰਦਾ ਜਿਹਦੇ ਵਿੱਚ ਅਸੀਂ ਹੋਰ ਸੋਲਿਊਟ ਐਡ ਕਰ ਸਕਦੇ ਹਾਂ. A solution in which lower concentration of solute ਦੀ lower concentration ਹੁੰਦੀ ਹੈ as comparison to the saturated solution. ਮਤਲਬ saturated solution ਨਹੀਂ ਹੁੰਦਾ ਉਹਦੇ ਵਿੱਚ ਅਸੀਂ ਹੋਰ solute ਐਡ ਕਰ ਸਕਦੇ. that solution is known as the unsaturated solution. further ਇਹ ਨੋਟ ਲਿਖਿਆ ਹੋਇਆ if saturated solution ਅਗਰ ਤੁਸੀਂ saturated solution ਨੂੰ ਹੀਟ ਕਰੋਗੇ ਤੇ unsaturated solution ਬਣ ਜਾਊਗਾ. ਇਹਦਾ ਮਤਲਬ ਕੀ ਹੈਗਾ ਕਿ ਤੁਸੀਂ ਹੋਰ solute ਐਡ ਕਰ ਸਕਦੇ ਹੋ in the ਸੈਚੂਰੇਟਿਡ ਸੋਲਿਊਸ਼ਨ. ਜਸਟ ਅਸੀਂ ਸੈਚੂਰੇਟਿਡ ਸੋਲਿਊਸ਼ਨ ਨੂੰ ਹੀਟ ਕਰਾਂਗੇ ਉਹ ਅਨਸੈਚੂਰੇਟਿਡ ਸੋਲਿਊਸ਼ਨ ਬਣ ਜਾਏਗਾ. ਸੁਪਰ ਸੈਚੂਰੇਟਿਡ ਸੋਲਿਊਸ਼ਨ ਅਗਰ ਇਫ ਸੈਚੂਰੇਟਿਡ ਸੋਲਿਊਸ਼ਨ ਇਜ਼ ਹੀਟਡ ਇਟ ਵਿਲ ਬਿਕਮ ਆਪਾਂ ਨੂੰ ਪਤਾ ਅਗਰ ਸੈਚੂਰੇਟਿਡ ਸੋਲਿਊਸ਼ਨ ਨੂੰ ਅਸੀਂ ਹੀਟ ਕਰਾਂਗੇ ਤਾਂ ਉਹ ਅਨਸੈਚੂਰੇਟਿਡ ਸੋਲਿਊਸ਼ਨ ਬਣ ਜਾਏਗਾ. ਅਤੇ ਜੇ ਠੰਡਾ ਹੋਏਗਾ ਅਤੇ ਜਿਹੜੇ ਸੈਚੂਰੇਟਿਡ ਸੋਲਿਊਸ਼ਨ ਦੇ ਵਿੱਚ ਦ ਸੋਲਿਬਿਲਿਟੀ ਆਫ ਦ ਸੋਲਿਊਟ ਵਿਲ ਡਿਕਰੀਜ਼. ਜਿਹੜੀ ਸੋਲਿਊਟ ਦੀ ਸੋਲਿਬਿਲਿਟੀ ਉਹ ਘੱਟ ਹੋ ਜਾਏਗੀ ਅਤੇ ਉਹ ਕ੍ਰਿਸਟਲਸ ਦੀ ਤਰ੍ਹਾਂ ਬਾਹਰ ਆਉਣਾ ਸ਼ੁਰੂ ਹੋ ਜਾਏਗਾ. ਪਹਿਲਾਂ ਹੀਟ ਕਰਾਂਗੇ ਸੈਚੂਰੇਟਿਡ ਨੂੰ ਉਹ ਅਨਸੈਚੂਰੇਟਿਡ ਬਣ ਜਾਏਗਾ ਲੇਕਿਨ ਠੰਡਾ ਹੋਣ ਦੇ ਵਿੱਚ ਜਿਹੜੇ ਕ੍ਰਿਸਟਲਸ ਹੋਣਗੇ ਜਿਹੜੇ ਐਕਸਟਰਾ ਸੋਲਿਊਟ ਹੋਏਗਾ ਉਹ ਬਾਹਰ ਆਉਣਾ ਸ਼ੁਰੂ ਹੋ ਜਾਏਗਾ. ਦੈਟ ਇਜ਼ ਨੋਨ ਐਜ਼ ਦ ਸੁਪਰ ਸੈਚੂਰੇਟਿਡ ਸੋਲਿਊਸ਼ਨ ਐਂਡ ਇਟ ਇਜ਼ ਮੈਟਾਸਟੇਬਲ ਇਨ ਨੇਚਰ. ਮੈਟਾਸਟੇਬਲ ਹੁੰਦੀ ਕਿ ਥਿਓਰੈਟੀਕਲ ਸਟੇਬਲ ਨਾ ਹੋਵੇ ਲੇਕਿਨ ਪ੍ਰੈਕਟੀਕਲੀ ਸਟੇਬਲ ਹੁੰਦੀ ਹੈ. Further is the factor affecting the solubility of a solid in a liquid. First is the nature of solute and the solvent. Solubility basically like dissolves like ਦੇ ਵਾਲੇ ਪ੍ਰਿੰਸੀਪਲ 'ਤੇ ਚੱਲਦੀ ਹੈ. ਮਤਲਬ ਪੋਲਰ ਦੇ ਵਿੱਚ ਘੁਲੇਗਾ ਨੋਨ ਪੋਲਰ ਸੋਲਿਊਟ ਨੋਨ ਪੋਲਰ ਸੋਲਵੈਂਟ ਦੇ ਵਿੱਚ ਘੁਲੇਗਾ. ਸੋ the solubility is basically governed on the principle like dissolves like. ਇਹਦਾ ਮਤਲਬ ਕੀ ਹੈਗਾ ਪੋਲਰ ਸੋਲਿਊਟ ਪੋਲਰ 'ਚ ਨੋਨ ਪੋਲਰ ਲੇਕਿਨ ਕੁਛ ਐਕਸੈਪਸ਼ਨਸ ਹੁੰਦੀਆਂ ਨੇ. ਜਿਹੜੇ ਨੋਨ ਪੋਲਰ ਸੋਲਿਊਟ ਹੈਗੇ ਜਿਵੇਂ ਸ਼ੂਗਰ ਹੈਗਾ ਗਲੂਕੋਸ ਹੈਗਾ ਉਹ ਪਾਣੀ ਦੇ ਵਿੱਚ ਵੀ ਵਾਟਰ ਕੀ ਹੈਗਾ ਪੋਲਰ ਅਤੇ ਨੋਨ ਪੋਲਰ ਤੁਹਾਨੂੰ ਸਮਝਾਇਆ ਸੀ. ਜਿਹਦੇ ਉੱਪਰ ਚਾਰਜ ਹੁੰਦਾ ਦੈਟ ਇਜ਼ ਪੋਲਰ. ਜਿਹ 'ਚ ਕੋਈ ਚਾਰਜ ਨਹੀਂ ਹੁੰਦਾ ਦੈਟ ਇਜ਼ ਨੋਨ ਪੋਲਰ. ਮੀਨਸ ਜਿਵੇਂ HCl ਹੈ H ਪੋਜ਼ੀਟਿਵ Cl ਨੈਗੇਟਿਵ. ਗਲੂਕੋਜ਼ C6H12 ਅਤੇ O6 ਜਿਵੇਂ ਆਪਣੇ ਕੋਲ ਇੱਦਾਂ ਦਾ ਕੋਈ ਹੋਵੇ ਜਾਂ ਗਲੂਕੋਜ਼ ਫਰਕਟੋਸ ਵਗੈਰਾ ਵਟਐਵਰ ਜਿਹੜਾ ਵੀ ਆਪਣੇ ਕੋਲ ਹੋਵੇ ਉਹਦੇ ਵਿੱਚ ਕੋਈ ਚਾਰਜ ਨਹੀਂ ਜਨਰੇਟ ਹੋ ਪਾਉਂਦਾ ਲੇਕਿਨ ਅਸੀਂ ਦੇਖਦੇ ਹਾਂ ਸ਼ੂਗਰ ਵਾਟਰ ਦੇ ਵਿੱਚ ਫਿਰ ਵੀ ਡਿਜ਼ੋਲਵ ਹੁੰਦੀ ਹੈ. ਸੋ ਇਟਸ ਅ ਐਕਸੈਪਸ਼ਨ. ਇਨ ਅ ਸੋਲਿਡ ਜਿਹੜੇ ਮੋਲੀਕਿਊਲਸ ਅਤੇ ਆਇਨਸ ਹੈਗੇ ਨੇ ਆਪਾਂ ਨੂੰ ਪਤਾ ਹੈ ਕਿ ਉਹ ਇੱਕ ਰੈਗੂਲਰ ਪੈਟਰਨ ਦੇ ਵਿੱਚ ਹੁੰਦੇ ਨੇ ਟਾਈਟਲੀ ਪੈਕਡ ਹੁੰਦੇ ਨੇ. ਉਹਨਾਂ ਵਿੱਚ ਅਟਰੈਕਟਿਵ ਫੋਰਸਿਸ ਹੁੰਦੀਆਂ ਨੇ. ਜਿਹੜੇ ਸੋਲਿਊਟ ਪਾਰਟੀਕਲ ਜਦ ਐਂਟਰ ਹੁੰਦੇ ਨੇ ਸੋਲਿਊਸ਼ਨ ਦੇ ਵਿੱਚ ਅਤੇ ਸੋਲਿਊਟ ਸੋਲਵੈਂਟ ਦੀ ਇੰਟਰੈਕਸ਼ਨ ਇੰਨੀ ਹੋਣੀ ਚਾਹੀਦੀ ਆ ਕਿ ਉਹਦੀ ਕੋਈ ਵੀ ਬੌਂਡ ਨਵਾਂ ਕਦੋਂ ਬਣੇਗਾ ਜਦ ਪੁਰਾਣਾ ਟੁੱਟੇਗਾ. ਮਤਲਬ ਸੋਲਿਊਟ ਸੋਲਵੈਂਟ ਦੀ ਇੰਟਰੈਕਸ਼ਨਸ ਜ਼ਿਆਦਾ ਹੋਣੀ ਚਾਹੀਦੀਆਂ ਨੇ ਐਜ਼ ਕੰਪੈਰੀਜ਼ਨ ਟੂ ਕਿ ਜਿਹੜੇ ਸਾਡੇ ਸੋਲਿਊਟ ਦੇ ਵਿੱਚ ਇੰਟਰੈਕਸ਼ਨਸ ਹੈਗੀਆਂ ਨੇ. ਫਰਦਰ ਇਜ਼ ਦ ਕੰਸਨਟ੍ਰੇਸ਼ਨ ਆਫ ਸੋਲਿਊਸ਼ਨ. ਜਦ ਸੋਲਿਊਟ ਸ਼ੁਰੂ ਦੇ ਵਿੱਚ ਅਸੀਂ ਐਡ ਕਰਦੇ ਹਾਂ ਗਿਵਨ ਟੈਂਪਰੇਚਰ 'ਤੇ ਅਤੇ ਸੋਲਿਬਿਲਿਟੀ ਜ਼ਿਆਦਾ ਹੁੰਦੀ ਹੈ. ਕਿ ਤੁਸੀਂ ਚੀਨੀ ਪਾਣੀ ਦੇ ਵਿੱਚ ਪਹਿਲਾ ਚਮਚ ਐਡ ਕੀਤਾ ਸੋਲਿਬਿਲਿਟੀ ਜ਼ਿਆਦਾ ਹੈਗੀ ਉੱਦਾਂ ਹੀ ਦੂਜਾ ਤੀਜਾ ਚੌਥਾ ਪੰਜਵੇਂ 'ਤੇ ਆ ਕੇ ਤੁਸੀਂ ਨੋਟ ਕਰੋਗੇ ਕਿ ਸੋਲਿਬਿਲਿਟੀ ਘੱਟ ਹੋਣੀ ਸ਼ੁਰੂ ਹੋ ਗਈ ਹੈ. ਸੋ ਕੰਸਨਟ੍ਰੇਸ਼ਨ ਆਫ ਸੋਲਿਊਸ਼ਨ 'ਤੇ ਵੀ ਆਪਣੀ ਸੋਲਿਬਿਲਿਟੀ ਡਿਪੈਂਡ ਕਰਦੀ ਹੈ. ਟੈਂਪਰੇਚਰ ਦਾ ਬਹੁਤ ਵੱਡਾ ਰੋਲ ਹੁੰਦਾ ਸੋਲਿਬਿਲਿਟੀ ਦੇ ਵਿੱਚ. basically the temperature is related to the nature of the process of the dissolution. ਠੀਕ ਹੈ. ਅੱਗੇ ਐਂਡੋਥਰਮੀ. ਟੈਂਪਰੇਚਰ ਦੇ ਵਿੱਚ ਅਸੀਂ ਦੋ ਪੜ੍ਹਨੇ ਆ ਐਂਡੋਥਰਮਿਕ ਐਂਡ ਦਾ ਐਗਜ਼ੋਥਰਮਿਕ.